गुड मॉर्निंग स्टूडेंट्स। हाँ जी राजे, जो प्रीवियस लैक्चर से उस आप जो पब्लिक ओपीनियन वाला टॉपिक कवर किया तो अज आप फोर्थ जो चैप्टर आ उस चैप्टर का आप की है इंडियन डेमोक्रेसी एंड पोलीटिकल पार्टीज़ वाला जो टॉपिक आ उसको रीड करा। Wright says political parties are important mechanical device for running a democratic government and they play a significant role in the successful working of democracy। ਜਿਹੜਾ ਵਰਾइस ਹੁਣ ਕੀ ਕਹਿੰਦਾ ਗਾ, ਉਹ ਕਹਿੰਦਾ ਜਿਹੜੇ ਪੋਲੀਟੀਕਲ ਪਾਰਟੀ ਨੇ ਇੱਕ ਬਹੁਤ ਹੀ ਵਧੀਆ ਸੋਰਸ ਨੇ ਆਪਾਂ ਕਹਿੰਦੇ ਇਹਨੂੰ ਸਕਸੈਸਫੁਲ ਬਣਾਉਣ ਲਈ ਡੈਮੋਕ੍ਰੇਸੀ ਨੂੰ, ਠੀਕ ਹੈ। ਅਤੇ ਇਹ ਇੰਪੋਰਟੈਂਟ ਰੋਲ ਆ ਜਿਹੜਾ ਉਹ ਪਲੇ ਕਰਦੇ ਨੇ। ਪੋਲੀਟੀਕਲ ਪਾਰਟੀਜ਼ ਹੈਲਪ ਟੂ ਫਾਰਮ ਐਂਡ ਐਕਸਪ੍ਰੈਸ ਪਬਲਿਕ ਓਪੀਨੀਅਨ, participate in the election and through them provide political education, nominate candidate in order to win election, and if a party gets a majority it form the government, and rest of political party play the role of opposition and criticize wrong and arbitrary acts of government, and if get a chance they provide an alternative government। In modern democratic age there is a not hidden but open struggle for gaining political power among the political parties। ਹੁਣ ਇਹ 'ਚ ਕੀ ਹੈਗਾ, ਕਹਿਣ ਦਾ ਭਾਵ ਰਾਜੇ ਮੋਸਟਲੀ ਆਪਾਂ ਕਹਿੰਦੇ ਜਿਹੜੀ ਪੋਲੀਟੀਕਲ ਪਾਰਟੀਜ਼ ਨੇ ਜਿਹੜੀ ਡੈਮੋਕ੍ਰੇਸੀ ਨੂੰ ਸਕਸੈਸਫੁਲ ਬਣਾਉਣ ਲਈ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਬਟ ਇਸ ਦੇ ਨਾਲ ਹੀ ਕੀ ਹੈਗਾ, ਜਿਹੜੀ ਪਾਰਟੀ ਇਲੈਕਸ਼ਨਾਂ ਵਿੱਚ ਆਪਾਂ ਕਹੀਏ ਪਾਰਟੀਸਪੇਟ ਕਰਦੀਆਂ ਨੇ ਉਹਨਾਂ 'ਚੋਂ ਜਿਹੜੀ ਪਾਰਟੀ ਨੂੰ ਮੈਜੋਰਟੀ ਮਿਲਦੀ ਹੈ ਉਹ ਕੀ ਹੈਗਾ, ਉਹ ਆਪਣੀ ਜਿਹੜੀ ਗੌਰਮੈਂਟ ਹੈ ਉਹਨੂੰ ਫਾਰਮੇਟ ਕਰਦੀ ਹੈ, ਬਣਾਉਂਦੀ ਹੈ। ਅਤੇ ਉਸ ਤੋਂ ਬਾਅਦ ਜਿਹੜੀਆਂ ਪਾਰਟੀਜ਼ ਬਾਕੀ ਹੁੰਦੀਆਂ ਨੇ ਉਹ ਕੀ ਆ, ਇੱਕ ਓਪੋਜੀਸ਼ਨ ਦਾ ਜਿਹੜਾ ਰੋਲ ਹੈ ਉਹ ਪਲੇ ਕਰਦੀਆਂ ਨੇ ਅਤੇ ਜਿਹੜੇ ਕ੍ਰਿਟੀਸਾਈਜ਼ ਕਰਦੀਆਂ ਨੇ ਜਿਹੜੇ ਆਪਾਂ ਕਹਿ ਦਈਏ ਰੋਂਗ ਵਰਕ ਹੁੰਦੇ ਨੇ ਗੌਰਮੈਂਟ ਦੇ, ਠੀਕ ਹੈ। ਇਸ ਨਾਲ ਜਿਹੜੀ ਗੌਰਮੈਂਟ ਹੈ ਉਹ ਅਲਰਟ ਰਹਿੰਦੀ ਹੈ ਅਤੇ ਸਹੀ ਜਿਹੜਾ ਕੰਮ ਕਰਨ ਵਾਲਾ ਇੰਸਪਾਇਰ ਹੁੰਦੀ ਹੈ। ਇਨ ਇੰਡੀਆ ਵੀ ਹੈਵ ਮਲਟੀਪਲ ਪਾਰਟੀ ਸਿਸਟਮ ਹੇਅਰ ਪੋਲੀਟੀਕਲ ਇਜ਼ ਡੋਮੀਨੇਟਡ ਬਾਏ ਸੈਵਰਲ ਨੇਸ਼ਨ ਐਂਡ ਨੈਸ਼ਨਲ ਰੀਜਨਲ ਪਾਰਟੀਜ਼। ਪੋਲੀਟੀਕਲ ਪਾਰਟੀ ਇੱਥੇ ਕੀ ਇੱਕ ਬਹੁਤ ਆਪਾਂ ਕਹਿ ਦਈਏ ਮਲਟੀ ਸਿਸਟਮ, ਬਹੁਤ ਜ਼ਿਆਦਾ ਬਹੁਤ ਪਾਰਟੀ ਸਿਸਟਮ ਹੈ ਜਿਹੜਾ ਆਪਾਂ ਕਹਿ ਦਈਏ ਕੋਈ ਵੀ ਜਿੰਨੀ ਮਰਜ਼ੀ ਪਾਰਟੀਆਂ ਹੋ ਸਕਦੀਆਂ ਨੇ, ਠੀਕ ਹੈ, ਕੋਈ ਲਿਮਟ ਨਹੀਂ ਹੈਗੀ। ਨੈਸ਼ਨਲ ਪੋਲੀਟੀਕਲ ਪਾਰਟੀਜ਼ ਆਰ ਦੋਸ ਵਿਚ ਹੈਵ ਇਨਫਲੂਐਂਸ ਐਂਡ ਫੋਲੋਇੰਗ ਆਲ ਓਵਰ ਦੀ ਕੰਟਰੀ ਐਂਡ ਨੈਸ਼ਨਲ ਇੰਟਰਸਟ ਇਜ਼ ਆਲਵੇਜ਼ ਅਪਰ ਮੋਸਟ ਇਨ ਦੇਅਰ ਮਾਈਂਡਸ। ਪ੍ਰੈਜ਼ੈਂਟਲੀ ਦੇਅਰ ਆਰ 5 ਨੈਸ਼ਨਲ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਭਾਰਤੀ ਜਨਤਾ ਪਾਰਟੀ, ਦੀ ਕਮਿਊਨਿਸਟ ਪਾਰਟੀ ਆਫ ਇੰਡੀਆ, CPI, ਇਹ ਵੀ ਰਾਜੇ ਕਮਿਊਨਿਸਟ ਪਾਰਟੀ ਆਫ ਇੰਡੀਆ, ਠੀਕ ਆ। ਪਰ ਮਾਰਕੀਟ ਸਿਸਟਮ ਜਿਹੜੀ ਆਪਾਂ ਕਹਿ ਦਈਏ ਇੱਕ ਤਰ੍ਹਾਂ ਵਿਚਾਰਧਾਰਾ ਦੇ ਕੰਸੈਪਟ ਦੇ ਅੰਡਰ ਆਉਂਦੀ ਆ। ਐਂਡ ਬਹੁਜਨ ਸਮਾਜ ਪਾਰਟੀ, ਠੀਕ ਹੈ। ਇਸ ਦੇ ਨਾਲ ਹੀ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਾਂਗੇ, ਠੀਕ ਹੈ। ਇਹ ਵੀ ਇੱਕ ਨੈਸ਼ਨਲ ਜਿਹੜੀ ਲੈਵਲ ਦੀ ਪਾਰਟੀ ਹੈਗੀ, ਠੀਕ ਹੈ। ਇਹ 7-8 ਜਿਹੜੀਆਂ ਪਾਰਟੀ ਨੇ ਇਹ ਸਾਰੀਆਂ ਇਹਦੇ ਵਿੱਚ ਆਉਂਦੀਆਂ ਨੇ। Amongst them Indian National Congress is the older and remain the most dominant one। ਸਭ ਤੋਂ ਇਹਨਾਂ 'ਚੋਂ ਜਿਹੜੀ ਆਪਾਂ ਕਹੀਏ ਓਲਡ ਪੁਰਾਣੀ ਪਾਰਟੀ ਕਿਹੜੀ ਆ, ਉਹ ਕਾਂਗਰਸ। ਜਿਹਦੇ ਆਪਾਂ ਅੱਗੇ ਜਾ ਕੇ ਹਿਸਟਰੀ ਬਾਰੇ ਪੜ੍ਹਾਂਗੇ ਉਹਦੇ ਬਾਰੇ। ਦੀ ਓਰੀਜਨਲ ਪਾਰਟੀ ਪੋਲੀਟੀਕਲ ਪਾਰਟੀ ਹੈਵ ਦੇਅਰ ਇਨਫਲੂਐਂਸ ਐਂਡ ਐਕਟੀਵਿਟੀ restricted to the particular state or region। If would be wrong to think that these regional parties are either weak or they are short-lived, often they are very powerful in their state or region। ਹੁਣ ਜਿਹੜੀ ਪੋਲੀਟੀਕਲ ਪਾਰਟੀਜ਼ ਹੁੰਦੀਆਂ ਨੇ ਜਿਹੜੇ ਰੀਜਨਲ ਲੈਵਲ 'ਤੇ ਬਣਦੀਆਂ ਨੇ, ਜਿੱਦਾਂ ਆਪਾਂ ਕਹਿ ਦਈਏ ਸ਼੍ਰੋਮਣੀ ਅਕਾਲੀ ਦਲ ਹੈ, ਠੀਕ ਹੈ। ਉਹਦਾ ਜਿਹੜਾ ਇਨਫਲੂਐਂਸ ਆ ਉਹ ਕੀ ਆਪਣੇ ਜ਼ਿਆਦਾਤਰ ਆਪਾਂ ਕਹਿ ਦਈਏ ਪੰਜਾਬ 'ਚ, ਠੀਕ ਹੈ। ਬਹੁਤ ਪਾਰਟੀਆਂ ਨੇ ਇੱਦਾਂ ਦੀਆਂ ਜਿਵੇਂ DMK ਹੋ ਗਈ, ਠੀਕ ਹੈ। ਤਾਮਿਲਨਾਡੂ 'ਚ ਜਿਹੜੀ ਉਹ ਤਾਂ ਬਹੁਤ ਜਿਹੜੀਆਂ ਰੀਜਨਲ ਪਾਰਟੀ ਨੇ ਜਿਹੜੀਆਂ ਸਟੇਟਾਂ 'ਚ ਅਲੱਗ-ਅਲੱਗ ਨੇ, ਪਰ ਉਹਨਾਂ ਦਾ ਜਿਹੜਾ ਇਨਫਲੂਐਂਸ ਆ ਪ੍ਰਭਾਵ ਉਹ ਆਪਣੇ ਆਪਣੇ ਸਟੇਟ 'ਚ, ਨਾ ਕਿ ਅਦਰ ਓਵਰਆਲ ਆਪਾਂ ਕਹੀਏ ਇੰਡੀਆ 'ਚ। ਅਮੰਗ ਦੀ ਮੇਜਰ ਰੀਜਨਲ ਪਾਰਟੀ ਇਨ ਇੰਡੀਆ ਆ ਦੇਖੋ ਆ ਗਿਆ ਨਾ, DMK, AIA, DMA ਕੇ, ਠੀਕ ਹੈ। ਇਹ ਵੀ DMK ਆਫ ਤਾਮਿਲਨਾਡੂ, ਇਹ ਤਾਮਿਲਨਾਡੂ ਦੀ ਜਿਹੜੀ ਪਾਰਟੀ ਨੇ। ਤੇਲਗੂ ਦੇਸਮ ਆਫ ਆਂਧਰਾ ਪ੍ਰਦੇਸ਼ ਦੀ ਤੇਲਗੂ ਦੇਸਮ, ਠੀਕ ਹੈ। ਇਸ ਦੇ ਨਾਲ ਹੀ ਝਾਰਖੰਡ ਮੋਰਚਾ ਆਫ ਝਾਰਖੰਡ, ਅਸਾਮ ਗਾਨਾ ਪਰਿਸ਼ਦ ਆਫ ਅਸਾਮ, ਸ਼ਿਵ ਸੈਨਾ ਆਫ ਮਹਾਰਾਸ਼ਟਰ, ਦੇਖੋ ਸ਼ਿਵ ਸੈਨਾ ਜਿਹਦਾ ਮਹਾਰਾਸ਼ਟਰ ਦੇ ਵਿੱਚ ਬਹੁਤ ਜ਼ਿਆਦਾ ਇਨਫਲੂਐਂਸ ਹੈ। ਨੈਸ਼ਨਲ ਕਾਨਫਰੰਸ ਆਫ ਜੰਮੂ JNK ਜੰਮੂ ਕਸ਼ਮੀਰ ਮੀਨਸ, ਠੀਕ ਹੈ। ਜਿਹੜੀ ਨੈਸ਼ਨਲ ਕਾਨਫਰੰਸ ਹੈ ਇਹ ਇੱਦਾਂ ਦੀ ਪਾਰਟੀ ਹੈ ਜਿਹਦਾ ਇਨਫਲੂਐਂਸ ਕਿੱਥੇ ਹੈ, ਜੰਮੂ ਕਸ਼ਮੀਰ 'ਚ। INLD ਆਫ ਹਰਿਆਣਾ, ਜਿਹਨੂੰ ਆਪਾਂ ਕਹਿੰਦੇ ਹਾਂ ਵੀ
ਨੈਸ਼ਨਲ ਲੋਕ ਦਲ, ਠੀਕ ਹੈ, ਆਫ ਹਰਿਆਣਾ ਐਂਡ ਸ਼੍ਰੋਮਣੀ ਅਕਾਲੀ ਦਲ ਆਫ ਪੰਜਾਬ। ਦੇਖੋ ਸਾਰੀਆਂ ਇਹ ਮੇਨ ਆਪਾਂ ਕਿਹੜੀ ਪਾਰਟੀ ਜਿਹੜੀਆਂ ਆਪਣੇ ਦੱਸੀਆਂ ਨੇ ਉਹਨਾਂ ਨੇ। ਤੇ ਨਾਲ ਹੀ ਆਪਾਂ ਹਿਸਟਰੀ ਆਫ ਵਰਥ ਗਰੋਥ ਆਫ ਦੀ ਪੋਲੀਟੀਕਲ ਪਾਰਟੀ ਇਨ ਇੰਡੀਆ ਇਜ਼ ਵੈਰੀ ਇੰਟਰਸਟਿੰਗ। ਸਮ ਪੋਲੀਟੀਕਲ ਪਾਰਟੀ ਕੇਮ ਇਨਟੂ ਦੀ ਐਕਸਟੈਂਸ ਬਿਫੋਰ ਦੀ ਇੰਡੀਪੈਂਡੈਂਸ ਐਂਡ ਅਦਰ ਆਰ ਆਫਟਰ ਇੰਡੀਪੈਂਡੈਂਸ। ਹੁਣ ਬਹੁਤ ਸਾਰੀਆਂ ਪਾਰਟੀਆਂ ਨੇ ਇੰਡੀਪੈਂਡੈਂਸ ਤੋਂ, ਆਜ਼ਾਦੀ ਤੋਂ ਪਹਿਲਾਂ ਆਈਆਂ ਨੇ ਤੇ ਕੁਛ ਕੁ ਆਜ਼ਾਦੀ ਤੋਂ ਬਾਅਦ ਨੇ। ਐਜ਼ ਐਂਡ ਵੈਨ ਪੋਲੀਟੀਕਲ ਸਿਚੁਏਸ਼ਨ ਚੇਂਜ old political parties were disintegrated and divided and new came into existence. Some political parties have distinguished like a human tail and others have emerged in a new avatars. Now we will describe the worth, ideology, policies and program of some most dominating political party in India. ਦੇਖੋ ਜਿਨ੍ਹਾਂ 'ਚ ਆਪਾਂ ਫਸਟ ਆਫ ਆਲ ਪੜ੍ਹਾਂਗੇ ਇੰਡੀਅਨ ਨੈਸ਼ਨਲ ਕਾਂਗਰਸ। ਧਿਆਨ ਨਾਲ ਸੁਣਿਓ, ਬਹੁਤ ਹੀ ਇੰਪੋਰਟੈਂਟ ਟੋਪਿਕ ਆ ਅਤੇ ਬਹੁਤ ਇਹ ਤੋਂ ਜਿਹੜੇ ਕੁਐਸਚਨ ਰਾਜੇ ਬਣਦੇ ਨੇ। ਦੀ ਵਰਥ ਐਂਡ ਹਿਸਟਰੀ ਆਫ ਇੰਡੀਅਨ ਨੈਸ਼ਨਲ ਕਾਂਗਰਸ ਇਜ਼ ਲਿੰਕਡ ਵਿਦ ਦੀ ਹਿਸਟਰੀ ਆਫ ਇੰਡੀਅਨ ਸਟਰਗਲ ਫਾਰ ਇੰਡੀਪੈਂਡੈਂਸ। ਔਨ December 1885 ਐਟ Bombay, Indian National Congress was formed under the patronage of British officer। ਦੇਖੋ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਹ ਰਾਜੇ ਜਿਹੜੀ December 1885 'ਚ ਜਿਹੜੀ ਇਸਟੈਬਲਿਸ਼ ਹੋਈ ਸੀ, ਬਣੀ ਸੀ। ਅਤੇ ਇਸ ਦੇ ਵਿੱਚ ਜਿਹੜਾ ਪਿੱਛੇ ਦਾ ਰੀਜਨ ਸੀ ਉਹ ਸੀਗਾ ਜਿਹੜਾ ਇੰਡੀਆ ਨੂੰ ਇੰਡੀਪੈਂਡ ਕਰਾਉਣਾ, ਠੀਕ ਹੈ, ਜਿਹੜੀ ਬ੍ਰਿਟਿਸ਼ ਅੰਪਾਇਰ ਤੋਂ। ਪਰ ਇਸ ਦੇ ਵਿੱਚ ਮੇਨ ਜਿਹੜਾ ਹੱਥ ਸੀਗਾ ਇਹਨੂੰ ਬਣਾਉਣ ਦਾ ਉਹ ਸੀਗਾ ਬ੍ਰਿਟਿਸ਼ ਆਫਿਸਰ ਸੀ, ਜਿਹਦਾ ਨਾਮ ਏ.ਓ. ਹਿਊਮ ਸੀਗਾ। ਅੱਗੇ ਆਪਾਂ ਜ਼ਿਕਰ ਕਰਾਂਗੇ। देखो अगे ना A.M. Hume and other Indian patriots under the leadership of Congress, war of independence was fought and ultimately won when India became independent on August 15, 1947. After independence, except some spells of year it ruled the country, it was divided twice in 1969 and 1978, and both the time Mr. Indira Gandhi has upper hand after many ups and downs. Presently, Indian National Congress is emerging again as a national party force under the charismatic leader Mrs. Sonia Gandhi। देखो बहुत सारे अप एंड डाउन ਜਿਹੜੇ ਇਸ ਪਾਰਟੀ ਨੂੰ ਦੇਖਣੇ ਪੈਣੇ, ਠੀਕ ਹੈ। ਜਦੋਂ ਆਪਾਂ ਗੱਲ ਕਰਦੇ ਹਾਂ 1966 ਤੋਂ ਲੈ ਕੇ 1977 ਤੱਕ ਇਹ ਆਪਾਂ ਕਹਿੰਦੇ ਇੰਦਰਾ ਗਾਂਧੀ ਰਹੇ ਨੇ, ਠੀਕ ਹੈ। ਉਸ ਤੋਂ ਬਾਅਦ 18 'ਚ ਫਿਰ ਬਣਦੇ ਨੇ, 84 ਤੱਕ ਰਹਿੰਦੇ, ਫਿਰ ਰਾਜੀਵ ਗਾਂਧੀ ਰਹਿੰਦਾ, ਠੀਕ ਹੈ। ਮਤਲਬ ਕਿ ਇਹ ਮੈਜੋਰਟੀ ਨਾਲ ਜਿਹੜੀਆਂ ਪਾਰਟੀਆਂ ਜਿੱਤ ਹੀ ਰਹੀਆਂ ਨੇ। ਬਟ ਜੇ ਆਪਾਂ ਕਹੀਏ ਉਸ ਤੋਂ ਬਾਅਦ 1979 ਤੋਂ ਬਾਅਦ ਦੀ ਗੱਲ ਕਰਦੇ ਹਾਂ ਤਾਂ ਬਹੁਤ ਅਪ ਐਂਡ ਡਾਊਨ ਆਉਂਦੇ ਨੇ। ਜਦੋਂ 1997 'ਚ ਮੋਰਾਰਜੀ ਦੇਸਾਈ ਸੀ ਜਿਹੜੇ, ਠੀਕ ਹੈ, ਉਹਨਾਂ ਦੀ ਆਪਾਂ ਕਹਿ ਦਈਏ ਪ੍ਰਧਾਨਗੀ ਦੇ ਹੇਠ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ। ਉਹ ਫਸਟ ਟਾਈਮ ਸੀ ਵੀ ਹੋਰ ਕਿਸੇ ਪਾਰਟੀ ਜਿਹੜੀ ਸਰਕਾਰ ਬਣਦੀ ਸੀ। The leadership of the party always has been in hand of upper middle or middle class. The main support base of the party has been religious minorities, scheduled caste and scheduled tribes, laborers and capitalist classes, women, elder generation and common masses. Because of its certain policies and conduct of these leaders, is support base has been eroded among religious minorities, our labor class, common masses and even scheduled castes. Ideology of Congress Party: secularism and socialism. Indian National Congress developed its own ideology based on the Indian history, experience of society. Even before independence, it struggle believed in secularism. Secularism ਕੀ ਹੁੰਦਾ? ਧਰਮ ਨਿਰਪੱਖ, ਮਤਲਬ ਕਿ ਜਿਹਦਾ ਕੋਈ ਧਰਮ ਨਾ ਹੋਵੇ। ਫਰੀडम ਐਂਡ ਰਿਸਪੈਕਟ ਫॉर ਆਲ ਦੀ ਰਿਲੀਜਨ। ਇਹ ਮੇਨ ਆਪਾਂ ਕਹੀਏ ਇਸ ਦੀ ਜਿਹੜੀ ਵਿਚਾਰਧਾਰਾ ਸੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਲਿਬਰਲ ਐਂਡ ਮਿਕਸ ਇਕਨੋਮੀ। ਇੰਡੀਅਨ ਨੈਸ਼ਨਲ ਕਾਂਗਰਸ believed in the mixed economy since independence. Under its new liberal and mixed economy scheme, the party was in favor of this investment, open competition and free market along with some key public undertaking. Apart from the above ideologies, the party stands for democracy, human rights, national unity and integrity, strong center and a policy of
ਅਲਾਈਨਮੈਂਟ ਅਲਾਈਨਮੈਂਟ ਮਤਲਬ ਕਿ ਕਿਸੇ ਵੀ ਪੱਖ ਦੇ ਵਿੱਚ ਨਾ ਜਾਣਾ, ਠੀਕ ਹੈ, ਮਤਲਬ ਕਿ ਨਿਰਪੱਖ ਰਹਿਣ ਦੀ ਜਿਹੜੀ ਪਾਲਿਸੀ ਹੁੰਦੀ ਹੈ। ਇਟ ਇਜ਼ ਅਪੋਜ਼ਰ ਟੂ ਰੇਸ਼ਲਿਜ਼ਮ, colonialism, imperialism, nuclear wars and strongly believed in world peace। ਤੇ ਇਹ ਆਪਾਂ ਕਹੀਏ ਜਿਹੜੀ ਵਰਲਡ ਜਿਹੜੀ ਸੰਸਾਰ ਦੀ ਸ਼ਾਂਤੀ, ਇੰਟਰਨੈਸ਼ਨਲ ਲੈਵਲ ਦੀ ਸ਼ਾਂਤੀ ਉਹਦੇ ਵਿੱਚ ਵੀ ਕੀ ਆ ਵਿਸ਼ਵਾਸ ਰੱਖਦੀ ਸੀ। ਨੈਕਸਟ ਇਹਦੇ ਨਾਲ ਹੀ ਰਾਜੇ ਪਾਲਿਸੀਜ਼ ਐਂਡ ਪ੍ਰੋਗਰਾਮਸ। ਦੀ ਪਾਰਟੀ ਸਟੈਂਡ ਫਾਰ ਪੋਲੀਟੀਕਲ ਸਟੈਬਿਲਿਟੀ, ਸੈਕੂਲਰਿਜ਼ਮ, social harmony, unity through diversity, economic growth and self-reliance and ਰਾਜਨੀਤੀ ਟੂ ਲੋਕ ਨੀਤੀ। ਹੁਣ ਇਹ ਪਾਰਟੀ ਦੇ ਆਪਾਂ ਜਿਹੜੇ ਮੇਨ ਪ੍ਰੋਗਰਾਮ ਸੀ, ਸੈਕੂਲਰਿਜ਼ਮ ਹੋ ਗਿਆ, ਠੀਕ ਹੈ, ਸੋਸ਼ਲਿਸਟ ਹੋ ਗਿਆ, ਇਹਨਾਂ ਦਾ ਮੇਨ ਆਪਾਂ ਕਹਿ ਦਈਏ ਯੂਨਿਟੀ ਥਰੂ ਡਾਇਵਰਸਿਟੀ, ਮਤਲਬ ਕਿ ਬਹੁਤ ਸਾਰੀਆਂ ਵੱਖਰੇਵੇਂ ਹੋਣ ਦੇ ਬਾਵਜੂਦ ਵੀ ਇੱਕ ਰਹਿਣਾ, ਠੀਕ ਹੈ, ਇਕਨੋਮਿਕ ਗਰੋਥ ਆਰਥਿਕ ਪੱਖ ਤੋਂ ਸਟਰੋਂਗ ਬਣਾਉਣਾ, ਸੈਲਫ ਰਿਲਾਇੰਸ ਆਪਾਂ ਕਹਿੰਦੇ ਆਤਮ ਨਿਰਭਰ ਰਹਿਣਾ, ਠੀਕ ਹੈ, ਇਹ ਇਹਨਾਂ ਦੇ ਮੇਨ ਪ੍ਰੋਗਰਾਮ ਸੀ। ਦੀ ਪਾਰਟੀ ਵਾਂਟਸ ਦੀ ਰੈਵੋਲੂਸ਼ਨਰੀ ਚੇਂਜਸ ਐਂਡ ਇੰਪਰੂਵਮੈਂਟ ਇਨ ਦੀ ਫੀਲਡ ਆਫ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਹੁਣ ਜਿਹੜੀ ਪਾਰਟੀ ਸੀ ਐਗਰੀਕਲਚਰ ਅਤੇ ਰੂਰਲ ਜਿਹੜੇ ਪਿੰਡਾਂ ਦਾ ਵਿਕਾਸ ਵੱਲ ਜ਼ਿਆਦਾ ਇੰਪਰੂਵਮੈਂਟ ਕਰਨਾ ਚਾਹੁੰਦੀ ਸੀ। ਫਾਰ ਰੂਰਲ ਡਿਵੈਲਪਮੈਂਟ ਇਟ ਹੈਜ਼ ਏ ਵਾਸਟ ਨੰਬਰ ਆਫ ਸਕੀਮ ਲਾਈਕ ਯੂਜ਼ ਆਫ ਸਾਇੰਟੀਫਿਕ ਐਂਡ ਟੈਕਨੋਲੋਜੀਕਲ ਨੌਲੇਜ ਫਾਰ ਦੀ ਰੂਰਲ ਡਿਵੈਲਪਮੈਂਟ ਟੂ ਐਨਕਰੇਜ ਕੋਆਪਰੇਟਿਵ ਸਟਾਰਟ ਟ੍ਰੇਨਿੰਗ ਕੋਰਸਿਸ ਐਂਡ ਟੂ ਐਨਕਰੇਜ ਇੰਡਸਟਰੀ ਟੂ ਇਨਬਲੇਸ। ਹੁਣ ਇਸ ਲਈ ਇਹਨਾਂ ਕੀ ਹੈਗੇ ਬਹੁਤ ਸਾਰੇ ਆਪਾਂ ਕਹਦੇ ਜਿਹੜੇ ਸਾਇੰਟੀਫਿਕ ਵੇ ਤੋਂ ਟੈਕਨੋਲੋਜੀ ਦੇ ਪੱਖ ਤੋਂ ਨੌਲੇਜ ਜਿਹੜੀ ਪਿੰਡਾਂ ਸੀ, ਜਿਹੜੇ ਰੂਰਲ ਏਰੀਏ ਨੇ ਉਹਨਾਂ ਨੂੰ ਪ੍ਰੋਵਾਈਡ ਕੀਤੀ, ਅਤੇ ਕੋਆਪਰੇਟਿਵ ਆਪਾਂ ਕਹਿ ਦਈਏ ਸਹਿਯੋਗ ਨੂੰ ਇਹਨਾਂ ਨੇ ਇੰਸਪਾਇਰ ਇੱਕ ਤਰੀਕੇ ਨਾਲ ਸਪਰੈਡ ਕੀਤਾ, ਠੀਕ ਹੈ, ਅਤੇ ਨਾਲ ਹੀ ਇੱਕ ਤਰੀਕੇ ਨਾਲ ਆਪਾਂ ਕਹਿੰਦੇ ਵੀ ਟ੍ਰੇਨਿੰਗ ਕੋਰਸ ਇੱਦਾਂ ਦੇ ਕਰਾਏ ਅਤੇ ਇੰਡਸਟਰੀਆਂ ਨੂੰ ਆਪਾਂ ਕਹਿੰਦੇ ਐਨਕਰੇਜ ਕੀਤਾ ਵੀ ਪਿੰਡਾਂ 'ਚ ਇਹਨਾਂ ਨੂੰ ਲਾਇਆ ਜਾਵੇ। ਦੀ ਪਾਰਟੀ ਏਮ ਐਟ ਆਲ ਅਰਾਊਂਡ ਡਿਵੈਲਪਮੈਂਟ ਆਫ ਇੰਡੀਅਨ ਇੰਡਸਟਰੀ। ਫਾਰ ਦਿਸ ਪਰਪਜ਼ ਇਟ ਪ੍ਰੋਪੋਜ਼ to development techniques for industry production, to adopt liberal economic policy for industrial development, adopt a selective policy of disinvestment to encourage agriculture industry, to encourage Indian multinational companies for their development, to provide maximum bank facility for industrialization and to encourage important capital where nation ਇੰਟਰਸਟ ਡਿਮਾਂਡ। ਹੁਣ ਉੱਦਾਂ ਦੀਆਂ ਆਪਾਂ ਜਿਹੜੇ ਕੰਪਨੀਆਂ ਨੂੰ ਆਪਾਂ ਕਰੀਏ ਜਿਹੜੀ ਹੈਲਪ ਕਰਨੀ ਹੈ, ਉੱਦਾਂ ਦੀ ਬੈਂਕਾਂ ਦੀ ਜਿਹੜੀ ਸਟੈਬਲਿਸ਼ਮੈਂਟ ਕੀਤੀ ਗਈ, ਠੀਕ ਹੈ, ਟੂ ਇੰਪਰੂਵ ਦੀ ਕੰਡੀਸ਼ਨਸ ਆਫ ਲੇਬਰ, ਟੂ ਏਡ ਐਂਡ ਹੈਲਪ ਸ਼ਡਿਊਲ ਕਾਸਟ ਐਂਡ ਸ਼ਡਿਊਲ ਟਰਾਈਬ, ਟੂ ਹੈਲਪ ਬੈਕਵਰਡ ਕਲਾਸ ਫਾਈਨੈਂਸ਼ਲੀ। ਅਤੇ ਇਸ ਦੇ ਨਾਲ ਹੀ ਜਿਹੜੇ ਸ਼ਡਿਊਲ ਕਾਸਟ ਨੇ, ਸ਼ਡਿਊਲ ਟਰਾਈਬਸ ਨੇ, ਠੀਕ ਹੈ, ਜਨਜਾਤੀਆਂ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਨਾਲ ਹੀ ਜਿਹੜੇ ਪਛੜੇ ਵਰਗ ਲੋਕ ਨੇ ਉਹਨਾਂ ਦੀ ਹੈਲਪ ਕੀਤੀ ਗਈ, ਉਹਨਾਂ ਨੂੰ ਫੈਸਿਲਿਟੀ ਦਿੱਤੀਆਂ ਗਈਆਂ। ਦੀ ਪਾਰਟੀ ਏਮ ਐਟ ਟੂ ਪ੍ਰੋਟੈਕਟ ਮਿਨੋਰਟੀਜ਼, ਵੂਮੈਨ, ਚਿਲਡਰਨ। ਇਟ ਵਾਂਟ ਟੂ ਇੰਪਰੂਵ ਐਂਡ ਰਿਫੋਰਮ ਐਜੂਕੇਸ਼ਨ ਐਂਡ ਪ੍ਰੋਵਾਈਡ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਟੂ ਦੀ ਚਿਲਡਰਨ ਅਪ ਟੂ ਦੀ ਸੈਕੰਡਰੀ ਲੈਵਲ। ਹੁਣ ਇਹਨਾਂ ਨੇ ਕੀ ਕੀਤਾ ਵੀ ਜਿਹੜੇ ਮਿਨੋਰਟੀ ਆ ਆਪਾਂ ਕਹਿ ਦਈਏ, ਮਿਨੋਰਟੀ ਭਾਵ ਰਾਜੇ ਜਿਹੜੇ ਗਰੀਬ ਪਰਿਵਾਰਾਂ 'ਚ ਆਉਂਦੇ ਨੇ, ਠੀਕ ਹੈ, ਉਹਨਾਂ ਨੂੰ, ਅਤੇ ਜਿਹੜੇ ਬੱਚੇ ਨੇ, ਵੂਮੈਨ ਨੇ, ਔਰਤਾਂ ਨੇ, ਉਹਨਾਂ ਨੂੰ ਇੱਕ ਤਰੀਕੇ ਨਾਲ ਪ੍ਰੋਟੈਕਟ ਕੀਤਾ, ਠੀਕ ਹੈ, ਮਤਲਬ ਉਹਨਾਂ ਦੇ ਪੱਖ ਵਿੱਚ ਜ਼ਿਆਦਾ ਕੰਮ ਕੀਤੇ, ਠੀਕ ਹੈ, ਅਤੇ ਸੋਸ਼ਲ ਆਪਾਂ ਕਹਿੰਦੇ ਐਜੂਕੇਸ਼ਨ ਦੇ ਪੱਖ ਤੋਂ ਕਾਫੀ ਜ਼ਿਆਦਾ ਰਿਫੋਰਮਸ ਕੀਤੇ, ਜਿੱਦਾਂ ਆਪਾਂ ਕਹਿੰਦੇ ਇਹਨਾਂ ਨੇ ਕੰਪਲਸਰੀ ਬਣਾਇਆ ਜਿਹੜੀ ਐਜੂਕੇਸ਼ਨ ਵੀ ਸੈਕੰਡਰੀ ਲੈਵਲ ਤੱਕ ਜਿਹੜੀ ਐਜੂਕੇਸ਼ਨ ਉਹ ਫ੍ਰੀ ਅਤੇ ਕੰਪਲਸਰੀ ਹੋਵੇ, ਕੰਪਲਸਰੀ, ਠੀਕ ਹੈ, ਮਤਲਬ ਜ਼ਰੂਰੀ ਹੋਵੇ। ਇਟ ਵਾਂਟ ਦੀ ਡਿਵੈਲਪਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਐਂਡ ਇਨਕਰੇਜ ਪੰਚਾਇਤ ਰਾਜ ਇੰਸਟੀਟਿਊਸ਼ਨ। ਅਤੇ ਇਸ ਨੇ ਹੀ ਆਪਾਂ ਕਹਿ ਦਈਏ ਜਿਹੜੀ ਸਾਇੰਸ ਦੀ ਡਿਵੈਲਪਮੈਂਟ ਨੂੰ ਐਨਕਰੇਜ ਕੀਤਾ, ਟੈਕਨੋਲੋਜੀ ਨੂੰ ਐਨਕਰੇਜ ਕੀਤਾ, ਅਤੇ ਜਿਹੜੀ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਵੀ ਕੀ ਹੈਗਾ ਇੱਕ ਤਰੀਕੇ ਨਾਲ ਇਹਨਾਂ ਨੇ ਐਨਕਰੇਜ ਕੀਤਾ ਵੀ ਪਿੰਡਾਂ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਠੀਕ ਹੈ। ਇਹ ਸਾਰਾ ਟੋਟਲੀ ਅੱਜ ਆਪਾਂ ਕਿਸ ਚੀਜ਼ ਬਾਰੇ ਪੜ੍ਹਿਆ, ਇੰਡੀਅਨ ਨੈਸ਼ਨਲ ਕਾਂਗਰਸ, ਠੀਕ ਹੈ। ਇਸ ਨੂੰ ਧਿਆਨ ਨਾਲ ਸੁਣੋ ਅਤੇ ਸਮਝਿਓ ਰਾਜੇ। ਨੈਕਸਟ ਆਪਣਾ ਜਿਹੜਾ ਹੋਊਗਾ ਲੈਕਚਰ ਉਸ ਵਿੱਚ ਆਪਾਂ ਜਿਹੜੀ ਨੈਕਸਟ ਪੋਲੀਟੀਕਲ ਪਾਰਟੀਆਂ ਉਹਨਾਂ ਬਾਰੇ ਆਪਾਂ ਰੀਡ ਕਰਾਂਗੇ, ਠੀਕ ਹੈ ਰਾਜੇ।